सच चक्कर चेहन अर वर्ण जात अर पात नहन जेह रूप रंग अर रेख भेद को कह ना सकत केह अचल मूर्त अनुभव प्रकाश अनुभव जय कोट इंद्र इंद्रान साही सा त्रिपान महीप सुर नाय असुर नेत नेत बन तिरण कहत त्वै सर्व नाम कथै कवन कर्म नाम बरणत सुमत तू चौ सज्जन मेंढिया देई सिस उतार नैन महिंजे तरस दे कर पसी दीदार निहो महंजा तऊ नाल बिया निहो कुड़ा में देख कपड़ भोग डरावणे विचर फिरी ना देख उठी झालू कंतड़े हाँ पसी तो दीदार काजल हार तमोल रस बिन पसे हव रस वाहिगुरु साहिब जी सगले जंत भजो गोपाला जप तप संजम पूर्ण काला नित भजो स्वामी अंतर जामी सफल जन्म सबाया गोबिंद गाइयै नित ध्याइयै परवान सोई आया जप ताप संजम हर हर निरंजन गोबिंद धन संग चालै बिनवंत नानक कर दया दीजै हर रतन बाधो पालै। वाहिगुरु जी का खालसा वाहिगुरु जी की फतेह। परम सन्मान जो गुरु की साची नवाजी हुई गुरु रूप गुरु खालसा साध संगत जियो जिनके भाग बड़े हैं भाई तिन साधु सन्मुख जरे माँ वाक अनुसार आप जी गुरु चरणों विच हाजिर होए हो। सतगुरु साहब जी की अमृतमयी गुरबाणी के पाठ कीर्तन सत्कारयोग भाई साहब भाई हरचरण सिंह जी खालसा जिन्हां ते गुरु साहब गुरु रामदास महाराज जी की बड़ी कृपा बख्शिश है। सतगुरु जी ने अपनी बाणी का कीर्तन बख्शिश किया है। पलो पलोरे कीर्तनिया राम रमा रामा गुण गाओ छोड़ माया के धन सुआ। श्री गुरु नानक देव जी ने अपने प्यारे सिखां नूं कीर्तन की अणमुली दात दी है। सब तो पहला ये बख्शिश भाई साहब भाई मरदाना जी ते कीती है। भला रबाब वजाएंदा मजलस मरदाना मीराशी भाई गुरदास जी अपनी 11वीं वार विच लिखते हैं कि गुरु दरबार विच बहुत ही सुंदर रबाब वजा के कीर्तन का आनंद बख्शते सन। आप भी रस माणते सन ते दूजिਆਂ ਨੂੰ भी रस के नाल सरबोध कर देंदे सन। भाई साहब भाई मरदाना जी आप जी उत्ते किरपा गुरु नानक देव जी ने की। उस वेले किरपा हुई इतिहास विच दर्ज है जदों गुरु नानक देव जी का रिश्ता करके आए। वो रिश्ता करने वास्ते कुड़माई करने वास्ते भाईया जयराम जी अते उन्हां दे पिता भाईया परमानंद जी बीबी नानकी जी दे सहुरा साहब सन परमानंद जयराम जी दे पिता जी। परमानंद जी ने यह रिश्ता
ਲੱਭਿਆ ਸੀ, ਉਹਨਾਂ ਨੂੰ ਦੱਸ ਸੀ, ਪਤਾ ਸੀ, ਉਹ ਵਿਚੋਲੇ ਬਣੇ ਸਨ। ਭਾਈਆ ਜੈ ਰਾਮ ਤੇ ਪਰਮਾਨੰਦ, ਪਿਤਾ ਕਾਲੂ ਜੀ, ਬਾਬਾ ਕਾਲੂ, ਜਿਨ੍ਹਾਂ ਨੂੰ ਆਪਾਂ ਮਹਿਤਾ ਕਾਲੂ ਵੀ ਕਹਿੰਦੇ ਆ, ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ, ਤੇ ਗੁਰੂ ਨਾਨਕ ਦੇਵ ਜੀ ਦੇ ਚਾਚਾ ਜੀ, ਚਾਚਾ ਲਾਲੂ ਜੀ, ਤੇ ਭਾਈ ਮਰਦਾਨਾ, ਇਹ 5-6 ਜਣੇ ਪੱਖੋਂ ਕੇ ਰੰਧਾਵਿਆਂ ਦੇ ਰਹਿਣ ਵਾਲੇ ਬਾਬਾ ਮੂਲ ਚੰਦ ਖੱਤਰੀ ਪਟਵਾਰੀ ਸਨ। ਉਹ ਵੀ ਉਹਨਾਂ ਦੀ ਬੇਟੀ ਮਾਤਾ ਸੁਲੱਖਣੀ ਜੀ ਦੇ ਨਾਲ ਗੁਰੂ ਨਾਨਕ ਦੇਵ ਜੀ ਦਾ ਰਿਸ਼ਤਾ ਤੈਅ ਕਰਕੇ ਜਦੋਂ ਵਾਪਸ ਸੁਲਤਾਨਪੁਰ ਆਏ, ਬੇਬੇ ਨਾਨਕੀ ਨੂੰ ਬੜਾ ਚਾਅ ਚੜਿਆ, ਮੇਰੇ ਵੀਰ ਦਾ ਰਿਸ਼ਤਾ ਹੋ ਗਿਆ, ਮੇਰੇ ਪੇਕੇ ਆਏ ਹਨ, ਮੇਰਾ ਪਰਿਵਾਰ ਆਇਆ ਹੈ। ਬੇਬੇ ਜੀ ਨੇ ਮੰਜੇ ਢਾਹ ਦਿੱਤੇ, ਸਾਰੇ ਬੈਠ ਗਏ, ਵਧਾਈਆਂ ਬੇਬੇ ਨੂੰ ਦਿੱਤੀਆਂ, ਬੇਬੇ ਨਾਨਕੀ ਨੂੰ। ਤੇ ਪੁੱਛਿਆ ਮਰਦਾਨੇ ਨੇ, ਬੇਬੇ ਜੀ ਵੀਰ ਜੀ ਕਿੱਥੇ ਆ? ਬੇਬੇ ਨਾਨਕੀ ਜੀ ਕਹਿਣ ਲੱਗੇ, ਉਹ ਤਾਂ ਆਪਣੇ ਮੋਦੀਖਾਨੇ ਵਿੱਚ, ਆਪਣੇ ਕਾਰੋਬਾਰ ਵਿੱਚ, ਆਪਣੀ ਕਿਰਤ ਵਿੱਚ ਲੱਗੇ ਆ। ਕਹਿਣ ਲੱਗਾ ਤੁਸੀਂ ਬੈਠੋ ਤੇ ਮੈਂ ਆਇਆ। ਬੇਬੇ ਕਹਿੰਦੀ, ਮਰਦਾਨਿਆ ਇੰਨਾ ਕਾਹਲਾ ਕਿਉਂ ਹੈ? ਕੋਈ ਲੱਸੀ ਦੁੱਧ ਛੱਕ ਕੇ ਫਿਰ ਚਲਾ ਜਾਵੀਂ। ਕਹਿੰਦਾ ਨਾ, ਮੈਂ ਪਹਿਲਾਂ ਆਪਣੇ ਵੀਰ ਨੂੰ ਵਧਾਈ ਦੇ ਕੇ ਆਵਾਂਗਾ, ਫਿਰ ਆ ਕੇ ਕੁਝ ਛਕਾਂਗਾ। ਗੁਰੂ ਨਾਨਕ ਦੇਵ ਜੀ ਨਾਲ ਮਰਦਾਨੇ ਦਾ ਰੂਹਾਨੀ ਪ੍ਰੇਮ ਸੀਗਾ। ਹਾਲਾਂਕਿ ਉਮਰ ਵਿੱਚ ਭਾਈ ਮਰਦਾਨਾ ਜੀ ਵੱਡੇ ਸਨ, ਗੁਰੂ ਨਾਨਕ ਦੇਵ ਜੀ ਤੋਂ 10 ਸਾਲ ਦਾ ਫਰਕ ਸੀਗਾ। ਮਹਾਰਾਜ ਤੋਂ 10 ਸਾਲ ਭਾਈ ਮਰਦਾਨੇ ਦੀ ਉਮਰ ਜ਼ਿਆਦਾ ਸੀ, ਪਰ ਪ੍ਰੇਮ ਬਚਪਨ ਤੋਂ ਹੀ ਗੁਰੂ ਨਾਨਕ ਦੇਵ ਜੀ ਦੇ ਜਦੋਂ ਦਾ ਅਵਤਾਰ ਹੋਇਆ, ਉਹਨਾਂ ਦੀ ਸ਼ਖਸੀਅਤ ਦਾ ਮਰਦਾਨੇ ਦੇ ਸਾਧੂ ਮਨ ਉੱਤੇ ਅਸਰ ਪੈ ਗਿਆ ਤੇ ਉਹ ਮਹਾਰਾਜ ਨੂੰ ਵੱਡਾ ਕਹਿੰਦਾ ਸੀ। ਉਮਰ ਵਿੱਚ ਆਪ ਵੱਡਾ ਸੀ, ਪਰ ਆਪਣੇ ਆਪ ਨੂੰ ਗੁਰੂ ਸਾਹਿਬ ਦਾ ਦਾਸ, ਸੇਵਕ ਮੰਨਦਾ ਸੀ। ਇੱਥੇ ਸਾਧ ਸੰਗਤ ਦੀ ਉਮਰਾਂ ਦੇ ਲਿਹਾਜ਼ ਨਹੀਂ, ਇਹ ਅਵਸਥਾ ਦੀ ਗੱਲ ਹੈ, ਪ੍ਰੇਮ, ਸ਼ਰਧਾ, ਭਗਤੀ, ਪਿਆਰ ਦੀ ਗੱਲ ਹੈ। ਮਰਦਾਨਾ ਜਦੋਂ ਮੋਦੀਖਾਨੇ ਪਹੁੰਚਿਆ, ਜਾ ਕੇ ਗੁਰੂ ਨਾਨਕ ਦੇਵ ਜੀ ਨੂੰ ਵਧਾਈ ਦਿੱਤੀ। ਕਹਿਣ ਲੱਗਾ, ਜਜਮਾਨ ਜੀ ਵਧਾਈ ਹੋਵੇ। ਮਹਾਰਾਜ ਕਹਿੰਦੇ, ਮਰਦਾਨਾ ਤੈਨੂੰ ਵੀ ਵਧਾਈ ਹੋਵੇ। ਕਹਿੰਦਾ, ਸੁੱਕੀਆਂ ਵਧਾਈਆਂ ਦਿਓਗੇ ਕਿ ਮੂੰਹ ਵੀ ਮਿੱਠਾ ਕਰਾਓਗੇ? ਮਹਾਰਾਜ ਕਹਿੰਦੇ, ਜੋ ਤੂੰ ਕਹੇਗਾ ਉਹੀ ਛਕਾ ਦੇਵਾਂਗੇ, ਜੋ ਤੂੰ ਕਹੇਗਾ ਉਹੀ ਦੇ ਦੇਵਾਂਗੇ, ਪਰ ਜੋ ਤੂੰ ਕਹੇਗਾ, ਜੋ ਤੂੰ ਮੰਗੇਗਾ, ਉਹ ਅਸੀਂ ਅੱਜ ਦੇਣਾ ਨਹੀਂ ਚਾਹੁੰਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦਾ, ਮਹਾਰਾਜ ਐਸੀ ਕਿਹੜੀ ਗੱਲ ਹੈ? ਮਹਾਰਾਜ ਕਹਿੰਦੇ, ਜੋ ਅਸੀਂ ਦੇਣਾ ਚਾਹੁੰਦੇ ਆ ਉਹ ਤੂੰ ਮੰਗਣਾ ਨਹੀਂ, ਤੇ ਜੋ ਅਸੀਂ ਤੈਨੂੰ ਦੇਣਾ ਚਾਹੁੰਦੇ ਆ ਉਹ ਬਹੁਤ ਜ਼ਿਆਦਾ ਹੈ, ਤੇ ਤੂੰ ਥੋੜਾ ਮੰਗੇਗਾ। ਤੂੰ 150 ਰੁਪਈਆ ਮੰਗ ਲੇਗਾ, 1-2 ਸੂਟ ਮੰਗ ਲੇਗਾ, ਕੱਪੜੇ ਮੰਗ ਲੇਗਾ, ਖਾਣ ਪੀਣ ਦਾ ਸਮਾਨ ਮੰਗੇਗਾ, ਪਰ ਅਸੀਂ ਤੈਨੂੰ ਆਪਣੇ ਵਿਆਹ ਦੀ ਖੁਸ਼ੀ ਵਿੱਚ ਇੱਕ ਐਸੀ ਚੀਜ਼ ਦੇਵਾਂਗੇ ਜਿਹੜੀ ਦੁਨੀਆ ਦੇ ਕਿਸੇ ਬਾਦਸ਼ਾਹ ਕੋਲ ਵੀ ਨਾ ਹੋਵੇ, ਕਿਸੇ ਰਾਜੇ ਮਹਾਰਾਜੇ ਕੋਲ ਵੀ ਨਾ ਹੋਵੇ। ਕਹਿਣ ਲੱਗਾ, ਜਜਮਾਨ ਜੀ ਇਹੋ ਜਿਹੀ ਕਿਹੜੀ ਚੀਜ਼ ਹੈ ਤੁਹਾਡੇ ਕੋਲ? ਕਹਿਣ ਲੱਗੇ, ਬਹੁਤ ਵੱਡੀ ਚੀਜ਼ ਤੇਰੀ ਝੋਲੀ 'ਚ ਪਾਵਾਂਗੇ। ਕਹਿੰਦਾ, ਕਰੋ ਕਿਰਪਾ, ਫਿਰ ਜੋ ਦੇਣਾ ਦਿਓ, ਛੇਤੀ ਦਿਓ। ਭਾਈ ਸੰਤੋਖ ਸਿੰਘ ਜੀ ਲਿਖਦੇ, ਤੰਤ ਬਜਾਵਨ ਕੋ ਗੁਣ ਦੀਨਾ, ਰਬਾਬ ਵਜਾਉਣ ਦਾ ਗੁਣ ਦੇਤਾ। ਬਚਨ ਕਰਕੇ ਸ਼ਕਤੀ ਪਾ ਦਿੱਤੀ ਉਹਦੀ ਰਸਨਾ ਵਿੱਚ, ਉਹਦੇ ਗਲੇ ਵਿੱਚ, ਉਹਦੀਆਂ ਸੁਰਾਂ ਵਿੱਚ, ਉਹਦੇ ਹੱਥਾਂ ਵਿੱਚ, ਉਹਦੇ ਸਰੀਰ ਵਿੱਚ, ਉਹਦੇ ਰੋਮ ਰੋਮ ਵਿੱਚ ਕੀਰਤਨ ਵਸਾ ਦਿੱਤਾ। ਐਸੀ ਕੀਰਤਨ ਦੀ ਦਾਤ ਦਿੱਤੀ, ਭਾਈ ਮਰਦਾਨਾ ਮਾਲੋ ਮਾਲ ਹੋ ਗਿਆ। ਭਲੋ ਭਲੋਰੇ ਕੀਰਤਨੀਆਂ, ਐਸਾ ਰਚ ਗਿਆ ਕੀਰਤਨ ਦੇ ਨਾਲ ਮਰਦਾਨਾ, ਸਾਰੀ ਦੁਨੀਆ ਦੀ ਭੁੱਖ ਮਿਟਾ ਦਿੱਤੀ। ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਾਂਦੇ ਸਨ, ਭਾਈ ਮਰਦਾਨਾ ਨਾਲ ਜਾਂਦਾ, ਰਬਾਬ ਵਜਾਂਦਾ, ਕੀਰਤਨ ਹੁੰਦਾ,
जंगल में पंछी भी सुन लग जाते सन। जिहड़े पत्थर दिल कठोर सज्जन ठग वर्गे, जिन्हां ने सैकड़े कतल किए सन, जिन्हां लोगों ने बड़े जुल्म किए सन, जिहड़े बंदे बड़े गुनाहगार सन, बड़े पापी सन, जदों उन्हां दे डेरियां विच जाके गुरु बाबा जी ने शब्द पढ़िया, उज्जल कहना चिलकना घोटम कालड़ी मठ मस धोतियां झूठ ना उतरै, जे सो धोवां तिस सज्जन सेई नाल मैं चलदिया नाल चलन, जिथे लेखा मंगी है तिथे खड़े दिसन। ते ओ कला बाणी दी वरती कि ओ पत्थर दिल जिहड़े सन मोम बन गए, ओ कठोर हिरदे भी शांत निर्मल हो गए। धन गुरु नानक देव जी ने यह दात सानू दिती है। जे गुरु की कृपा होवे, मन विच गुरु का प्यार होवे ते ये कीर्तन की दात मिली होवे, प्यार नाल गुरबाणी गाई जावे, सुनने वाले ਸਰੋਤਿਆਂ ਦਾ मन कीलिया जाता है, मन शुद्ध होता है। ज्यों ज्यों कोई कीर्तन करी जाता है, ज्यों ज्यों सुनी जाता, त्यों त्यों मन निर्मल हो जाता है। सो साध संगत जी, आप जी ने गुरु महाराज के चरणों में बैठ करके अमृतमयी गुरु की बाणी के पाठ कीर्तन श्रवण किए हैं, जो गुरु दरबार दे विच पंचम पातशाह श्री गुरु अर्जन देव जी के उच्चारण किए हुए पावन संतां की कथा चल रही है। कानड़े राग दे विच पंचम पातशाह महाराज ने बेअंत जीवां का उद्धार किया, बेअंत बड़े बड़े कारज किए, पर जिहड़ा सब तो बड़ा कारज गुरबाणी का एक खजाना सिखां नूं बख्शिया। बड़ी मेहनत का काम सी, सौखा नहीं सी गुरु ग्रंथ साहब नूं संपादन करना। गुरबाणी दीयां पोथियां जिहड़ियां गुरु अमरदास महाराज ने अपने पोतरे बाबा संसराम जी कोलों लिखवाइयां सन। गुरु अमरदास साहब जी के पोतरे सन बाबा संसराम जी, बड़ी सोहनी लिखाई सी। बाबे मोहन के पुत्र सन, क्योंकि बाबा मोहन जी बिरकत बिरती के मालक सन, ते उन्हां दे घर इको ही सपुत्र बाबा संसराम जी प्रगट होए। बहुत ही सुंदर लिखाई सी उन्हां दी। गुरु अमरदास जी ने गोइंदवाल साहब विच रहिंदियां होइयां पहली पातशाही, दूसरी पातशाही दी अते अपनी बाणी अपने पोतरे कोलों लिखवाई सी। वो पोथियां दा नाम गोइंदवाल साहब वालियां पोथियां। वो पोथियां गुरबाणी दियां बाबा मोहन जी के चुबारे च पईयां सन। बाबा संसराम जी के पिता जी बाबा मोहन जी कोल सन। पोथियां लियाण दी सेवा महाराज गुरु अर्जन देव जी ने संगत विच ऐलान किया। कहते भाई गोइंदवाल साहब विखे गुरु की बाणी का अनमोला खजाना है, पोथियां हन बाबे मोहन दे कोल कौन लैके आएगा? क्योंकि सतगुरु सानू वैल्यू दसते सन। गुरु की हर गल विच कोई रमज हुंदी है। वैल्यू की है गुरबाणी की, महानता की है पोथियां की। अजकल तो सानू साध संगत जी गुरबाणी दी पोथियां सैंचियां आम मिल जांदियां। हर एक सिख के घर च एक दो सैट गुरु ग्रंथ साहब दी पोथियां दे हुंदे है, पर पाठ कोई नहीं करता। आखो श्री वाहिगुरू। दूजियां नूं की कहिए, असीं भी कदी कदी करते। जदों कि गुरबाणी रोज ही गुरु के सिख नूं बहुत ज़्यादा पढ़नी चाहिए, पर वो सिख जिन्होंने बाणी मिलती बड़ी मेहनत नाल, बड़ी घालना नाल ते वो बाणी च रंगे गए हुए सन, बाणी च जुड़े हुए सन। महाराज वैल्यू दसनी चाहते सी भी कितना महंगा सौदा है। ये साखियां बनिया, इतिहास बनया। क्यों? जे गुरु ने बनाया तां बनया, ते गुरु ने बनाया साडे वास्ते भी इन्हां नूं पता लगे ये कितना महंगा सौदा है। मैं तो मोल महंगी लई जी सटा। पंचम पातशाह कहन लगे कोई पोथियां गोइंदवाल साहब तो लैके आओ। कौन जाएगा?
बाबा मोहन जी का भरा लगते सी भाई गुरदास जी, पल्ले भाई गुरदास जी भरा किवें लगते सी? गुरु अमरदास के भतीजे सन, चाचे ताया के पुत होने करके भरा लगते सी। भाई गुरदास जी कहते मैं लैके आवांगा। महाराज सच्चे पातशाह भाई गुरदास का बचन सुन के समझ गए भी थोड़ी जी मैं हंकार की भावना भी मैं लैके आवांगा, इन्हां दे विच सूखम हौमा है। इन्हां नूं भाई गुरदास नूं इउं लगदा सी भी मेरे ताए दा पुत्र है, मैनूं जवाब नहीं देवेगा। अपने भरावां ते सज्जणा मित्रां ते दोस्तां ते बंदा माण कर लैंदा, पर माण ही बड़ी वड्डी समस्या है। गुरु साहब कहते कबीर माया तजी तो क्या भया। कई लोग कहते असी पैसे नूं हथ नहीं लांदे, असी आ चीज़ नहीं खांदे, आ चीज़ नहीं पींदे, आ चीज़ नहीं पहनदे, असी इदां दा काम नहीं करदे, असी झूठ नहीं बोलदे, 100 तरह दीयां गल्लां असी करदे हां दावे भी इदां दा साडा धर्म है, इदां दा साडा कर्म है। माया त्यागनी सौखी है, मान त्यागना औखा है। माया तजी तो क्या भया, जो मान तजया नहीं जाए। मान मुनि मुनवर गले, मान सब को खाए। मान वड्डियां वड्डियां नूं सुट दिंदा, मान सानू परमात्मा दे नेड़े नहीं आउण दिंदा। सो भाई गुरदास जी नूं सूखम मान सी अपने भरा उत्ते। गोइंदवाल साहब गए, सारी रात कहते दरवाजा खड़काते रहे। बाबे मोहन ने चुबारे साहब का बूहा ही नहीं खोलिया, क्योंकि बाबा मोहन जी उन्मत्त रहंदे सन। लोग उन्होंने कमला कहते। भाई गुरदास दी वारां विच भी आउंदा है, मोहन कमला होया, मोहरी चुबारा मनाया। एक लंगोटी लक नूं लांदे सन, बाकी सारा पिंडा नंगा, सिर भी नंगा। 80-90 साल की उम्र दे विच रोटी इवें खांदे सन जिवें निक्का जिहा बच्चा 2 हत्थां नाल रोटी चुक के मूँह च पा लैंदा। ते जदों दरवाजा खोलते सीधे दरिया वल तुर जांदे, संगतां फड़ के लिआउंदियां, फिर अंदर बिठांदे, फिर समाधि च बैठ जांदे। ਉਹ ਨਿਮੰਤ ਅਵਸਥਾ ਹੁੰਦੀ ਹੈ ਜਿੱਥੇ ਸੰਸਾਰ ਸਾਧ ਸੰਗਤ ਦੀ ਨਜ਼ਰ ਹੀ ਨਹੀਂ ਆਉਂਦਾ। ਅੱਜ ਕੱਲ੍ਹ ਸਾਡੇ ਵਿੱਚ ਕਈ ਤਰ੍ਹਾਂ ਦੇ ਸ਼ੰਕੇ, ਇੱਦਾਂ ਦੀ ਅਵਸਥਾ ਕਿਵੇਂ ਬਣ ਸਕਦੀ ਹੈ ਜੀ, ਇਹ ਤਾਂ ਪਾਗਲਪਣ ਹੈ ਜੀ, ਇਹ ਤਾਂ ਇੱਦਾਂ ਹੈ। ਪਰ ਨਹੀਂ, ਗੁਰਬਾਣੀ ਚਾਹੁੰਦਾ ਹੈ ਜਬ ਅਕਾਲ ਯੋਗਸ਼ ਨਾ ਦ੍ਰਿਸ਼ਟੇਤਾ, ਜਦੋਂ ਦੁਨੀਆ ਨਹੀਂ ਦਿਸਦੀ, ਸੰਸਾਰ ਪ੍ਰਤੀਤ ਹੀ ਨਹੀਂ ਹੁੰਦਾ, ਅੱਖਾਂ ਖੁੱਲੀਆਂ ਨੇ ਪਰ ਸੰਸਾਰ ਨਹੀਂ ਦਿਸਦਾ, ਨਿਰੰਕਾਰ ਦਿਸਦਾ ਹੈ। ਸਾਨੂੰ ਸੰਸਾਰ ਦਿਸਦਾ ਹੈ, ਸਾਨੂੰ ਨਿਰੰਕਾਰ ਨਹੀਂ ਦਿਸਦਾ। ਬ੍ਰਹਮ ਗਿਆਨੀ ਮਹਾਪੁਰਸ਼ ਨੂੰ ਸੰਸਾਰ ਨਹੀਂ ਦਿਸਦਾ, ਉਹਨੂੰ ਨਿਰੰਕਾਰ ਦਿਸਦਾ। ਇਹ ਦ੍ਰਿਸ਼ਟੀ 'ਚ ਫਰਕ ਹੈ। ਜਬ ਅਕਾਲ ਯੋਗਸ਼ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਤੇ ਹੋਤਾ। ਜਦੋਂ ਸੰਸਾਰ ਨਹੀਂ ਦਿਸਦਾ ਉਦੋਂ ਪਾਪ ਪੁੰਨ ਵੀ ਨਹੀਂ ਹੁੰਦਾ। ਮਹਾਂਪੁਰਸ਼ ਬ੍ਰਹਮ ਗਿਆਨੀ ਬਾਬਾ ਮੋਹਨ ਸਾਹਿਬ ਜੀ ਅੰਦਰ ਬੈਠੇ ਰਹੇ ਸਾਰੀ ਰਾਤ। ਭਾਈ ਗੁਰਦਾਸ ਜੀ ਬੂਹੇ ਤੇ ਕੁੰਡਾ ਖੜਕਾਉਂਦੇ ਰਹੇ। ਸਵੇਰੇ ਵਾਪਸ ਆ ਅੰਮ੍ਰਿਤਸਰ ਆ ਕੇ ਸਤਿਗੁਰੂ ਜੀ ਨੂੰ ਦੱਸਿਆ, ਮਹਾਰਾਜ ਜੀ ਪੋਥੀਆਂ ਲੈਣ ਮੈਂ ਗਿਆ ਸੀ, ਭਾਈ ਮੋਹਨ ਨੇ ਦਰਵਾਜ਼ਾ ਨਹੀਂ ਖੋਲਿਆ। ਹੁਣ ਮਹਾਰਾਜ ਜਾ ਸਕਦੇ ਸਨ ਗੁਰੂ ਅਰਜਨ ਦੇਵ ਜੀ। ਬਾਬਾ ਬੁੱਢਾ ਜੀ ਨੂੰ ਕਹਿੰਦੇ ਤੁਸੀਂ ਜਾਓ। ਇਹ ਤਾਂ ਮਹਾਰਾਜ ਕਰ ਰਹੇ ਸਨ ਵੀ ਸਿੱਖਾਂ ਨੂੰ ਪਤਾ ਲੱਗੇ ਵੀ ਇਹ ਚੀਜ਼ ਬਾਬੇ ਬੁੱਢੇ ਸਾਹਿਬ ਨੂੰ ਵੀ ਨਹੀਂ ਮਿਲੀ। ਇਹ ਕਿੰਨਾ ਮਹਿੰਗਾ ਸੌਦਾ। ਭਾਈ ਗੁਰਦਾਸ ਜੀ ਆ ਗਏ, ਬਾਬਾ ਬੁੱਢਾ ਜੀ ਚਲੇ ਗਏ। ਜਾ ਕੇ ਬਾਬੇ ਮੋਹਰੀ ਨੂੰ ਮਿਲੇ, ਕਹਿਣ ਲੱਗੇ ਤੁਹਾਡੇ ਭਾਈ ਸਾਹਿਬ ਨੂੰ ਮਿਲਣਾ ਹੈ, ਪੋਥੀਆਂ ਲੈਣ ਆਏ ਆ। ਭਾਈ ਮੋਹਰੀ ਕਹਿਣ ਲੱਗਾ ਮਹਾਰਾਜ ਉਹਦਾ ਦਰਵਾਜ਼ਾ ਹੀ ਨਹੀਂ ਖੋਲਦੇ, ਉਹਦਾ ਆਪਣੀ ਮਸਤੀ 'ਚ ਬੈਠੇ ਰਹਿੰਦੇ। ਬਾਬਾ ਬੁੱਢਾ ਜੀ ਸਰੀਰ ਕਰਕੇ ਤਗੜੇ ਸਨ, ਦਰਵਾਜ਼ਾ ਤਖਤਾ ਹੀ ਪੁੱਟ ਲਿਆ। ਤਖਤਾ ਪੱਟ ਕੇ ਅੰਦਰ ਜਾ ਵੜੇ ਤੇ ਜਾ ਕੇ ਬਾਬੇ ਮੋਹਨ ਦੇ ਦਰਸ਼ਨ ਕੀਤੇ। ਇਸ ਤਰ੍ਹਾਂ ਸਮਾਧੀ 'ਚ ਬੈਠੇ। ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ 10ਵੇਂ ਆਕਾਸ਼। ਤਿੱਥੇ ਉਂਗਰਾ ਭੁੱਖ ਹੈ, ਅੰਮ੍ਰਿਤ ਨਾਮ ਸੁਖਵਾਸ। ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਜਿੱਥੇ ਆਤਮਾ ਦਾ ਪ੍ਰਮਾਤਮਾ ਦਾ ਇੱਕ ਰੂਪ ਹੋ ਜਾਂਦਾ ਹੈ, ਉੱਥੇ ਦੁੱਖ ਸੁੱਖ ਹਰ ਸੋ ਖੁਸ਼ੀ ਗਮੀ ਵਾਧਾ ਘਾਟਾ ਪ੍ਰਤੀਤ ਹੀ ਨਹੀਂ ਹੁੰਦਾ। ਐਸੀ ਅਵਸਥਾ 'ਚ ਬਾਬਾ ਜੀ ਬੈਠੇ। ਬਾਬਾ ਮੋਹਨ ਜੀ, ਭਾਈ ਬਾਬਾ ਬੁੱਢਾ ਸਾਹਿਬ ਜੀ ਨੇ ਜ਼ੋਰ ਲਾ ਲਿਆ, ਬਾਬੇ ਮੋਹਨ ਦੀ ਸਮਾਧੀ ਨਹੀਂ ਖੁੱਲੀ।
वापस आके गुरु अर्जन देव जी नूं दस्सिया। पंचम पातशाह जी महाराज कीर्तन करते हुए संगतां नूं लै के नंगे पैरी गोइंदवाल साहब नूं चल पे। जाके बौली साहब इशनान किया, जपजी साहब का पाठ किया। उतों चल के चबारा साहब के सामने गली च जा बैठे भुंजे ही। सिखा ने आख्या महाराज थले ना बैठो, चादर विछा लो। महाराज कहते नहीं, जदों कभी मंगता किसी के घर मंगण जाता वो चादर विछा के नहीं बैठता। अब मंगण हारे को भेस बनायो, जे हुण मंगण वाला भेस बनाया तो फिर मंगते बन के आए गुरु अमरदास के दर दे उत्ते, असीं चादर विछा के नहीं बैठना। कीर्तन शुरू कर दिता पातशाह जी ने। मोहन तेरे उच्चे मंदिर महल अपार, सलेश अलंकार है। ਉਹਦੇ ਵਿੱਚ ਸਾਧ ਸੰਗਤ ਦੀ ਸਲੇਸ਼ ਅਲੰਕਾਰ 'ਚ ਇੱਕੋ ਹੀ ਵਰਡ ਦੇ ਦੋ ਪਾਸੇ ਅਰਥ ਲੱਗਦੇ ਹਨ। ਮੋਹਨ ਪਰਮਾਤਮਾ ਨੂੰ ਵੀ ਕਿਹਾ ਹੈ, ਪਰਮਾਤਮਾ ਤੇਰੇ ਉੱਚੇ ਮੰਦਰ ਹਨ, ਤੇਰਾ ਮਹਿਲ ਅਪਰੰਪਾਰ ਹੈ। ਉਸੇ ਅਪਰੰਪਾਰ ਮੋਹਨ ਨੂੰ ਬਾਬੇ ਮੋਹਨ ਦੇ ਵਿੱਚ ਵੀ ਵੇਖਿਆ ਹੈ, ਕਿਉਂਕਿ ਆਤਮਾ ਤੇ ਪਰਮਾਤਮਾ ਇੱਕੋ ਰੂਪ ਹੀ ਹੈ। ਬ੍ਰਹਮ ਗਿਆਨੀ ਆਪ ਪਰਮੇਸ਼ਰ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਜਦੋਂ ਇਹ ਪਾਵਨ ਪਦ ਪੜਿਆ, ਬਾਬੇ ਮੋਹਨ ਨੇ ਖਿੜਕੀ ਖੋਲੀ, बाहर झाकिया, कहन लगा आ गया ठगा दिया ठगा। क्योंकि सका मामा लगता सी बाबा मोहन, बीबी भानी का बड़ा भरा सी, गुरु अर्जन देव जी भाणजे सन। मामे अखीर आम तौर पर अपने भाणजियां नूं मखौल भी कर लेंदे आ, झिड़क भी लेंदे आ। मामा दो बारी मां कहीए ते मामा बनता है। बड़ा इहदा वड्डा सत्कार हुंदा मामे का। भणेविਆਂ ਨਾਲ प्यार भी हुंदा, वैर भी हुंदा। तो कहते जदों आख्या आ गया ठगा दिया ठगा, पहला तेरे प्यो ने सारा कुछ ले लिया, रहिंदी खैंदी कसर तू कटेगा। सिखां नूं गुस्सा लगा, कहण लगे महाराज नूं ठग कहंदा। महाराज कहंदे नहीं, साडा मामा जो कहंदा ठीक कहंदा। आखो श्री वाहिगुरू। ठग परमात्मा का नाम है। गुरु ग्रंथ साहब विच परमात्मा नूं ठग कहा गया। भगत कबीर जी की बाणी जाउंदा है, कहो कबीर ठग स्यों मन मानिया, गई ठगौरी ठग पहचानिया। कहते ठगां कोल बूटी हुंदी है, क्लोरोफार्म संघा दईए ते बंदा बेहोश हो जाता। ओहदी जेब कट लो, ओहदे कपड़े ला लो, ओहदी घड़ी ला लो, ओहदे कड़े ला लो, सोना चांदी जो मर्जी लुट लो, बेहोश कर लो। उस बूटी नूं कहंदे ने ठग मूरी, ठगौरी, ठग बूटी। सुन के बंदा बेहोश हो जाता। परमात्मा ठग है। परमात्मा ठग दे कोल एक बूटी है, उन्हें सारी दुनिया नूं संघाई हुई है, सारे ही बेहोश पए है। वो केड़ी बूटी है? माया। आखो श्री वाहिगुरू। माया दी बूटी नाल सारी दुनिया नूं ठगण वाला परमेश्वर ठग ही है। कहो कबीर ठग स्यों मन मानिया, गई ठगौरी ठग पहचानिया। ते गुरु अर्जन देव कौन हन? परमेश्वर का ही रूप हन। भन मथुरा कछ भेद नहीं, गुरु अर्जन परतख हर। महाराज कहन लगे साडा मामा जिहड़ी गल कह रहा ना, इहनूं कहंदे ने उस्तत व्याज निंदा, निंदा व्याज उस्तत। किसी बंदे दी निंदा करनी होवे, उत्तों दी वडियाई कर दिओ। कहते शाबाश काका बड़ा चंगा, कहते 15 रोटियां इक्को साह खा जाता। काका साडा बड़ा चंगा, बड़ा ही नाले तो ओहदी वडियाई नाले चंगा कह रहा, नाले ओहदे दाती फेर रहा। उहनूं कहंदे ने उस्तत व्याज निंदा। उत्तों दी उस्तत हो रही है, पर ओहदा अर्थ निकल रहा निंदा वा। ओहदे अपोजिट निंदा व्याज उस्तत। उत्तों दे हो रही निंदा, इदां लग रहा भी निंदा कर रहा, पर विचों हो रही है उस्तत। आखो श्री वाहिगुरू। बाबा मोहन साडी निंदा नहीं कर रहा, बाबा मोहन साडी उस्तत कर रहा। वो सानू परमात्मा दे रूप च देख रहा। कहो कबीर ठग स्यों मन मानिया, गई ठगौरी ठग पहचानिया। बाबे मोहन दी महाराज सच्चे पातशाह ने गल सुन के फिर बचन उचारिया, मोहन तेरे बचन अनूप चाल लगाली।
बाबा मोहन जी तुहाडे बचन बड़े सोहणे ने, तुहाडी चाल निराली है। दूसरा पद सुन के बाबा जी पौड़ी उतरे, पोथियां लिया के गुरु अर्जन देव जी के अगे रख दित्तियां ते गुरु अर्जन देव जी नूं मत्था टेक दिता। सारी उम्र बाबे मोहन ने श्री गुरु रामदास नूं मत्था नहीं टेकिया, कदी भी नहीं टेकिया। गुरु अमरदास महाराज कहंदे, पुत्र मोहन उठो, गुरु रामदास जी नूं मत्था टेको, ये हुण गुरु बन गए, साडा ही रूप ने। अगों बाबा मोहन कहंदा, पिता जी ये गद्दी तुहाडी, मेरा हक बनदा है। पुत्र मैं हां वड्डा, मैनू गद्दी देण दी थां ते तुसीं इहनूं गुरु बनाउण लगे हो। ये बाहरों आके तुहाडी गद्दी दा मालक किवें बन जाए, नाले गुरु बने मेरा हक खोवे ते नाले मैं इहनूं मत्था टेका, मैं नहीं टेकदा। बाबे मोहन ने सारी उम्र श्री गुरु रामदास नूं मत्था टेकिया ही नहीं। ते फिर गुरु अमरदास बचन कीता सी, कहने पुत्र तू रामदास अगे दा मत्था नहीं टेकदा, तेनू इहदे पुत्र अगे मत्था टेकना पएगा। तू इहदे पुत्र नूं मत्था टेकेगा, गुरु अर्जन देव जी नूं मत्था टेकेगा। जे अज आए गुरु अर्जन देव जी ते बाबे मोहन ने चरना दे मत्था टेक दिता। ਉਹੀ ਗੱਲ ਗੁਰੂ ਗ੍ਰੰਥ ਸਾਹਿਬ ਦੇ 923 ਅੰਗ ਤੇ ਲਿਖੀ ਹੈ ਨਾ, ਕੋਈ ਕਰ ਬਖੀਲੀ ਨਿਵੇ ਨਹੀਂ। ਕੋਈ यानी बाबे मोहन वाल इशारा किया बाबे सुंदर जी ने, कहते ईर्खा करके निवदा नहीं सी गुरु रामदास, कोई कर बखीली निवे नहीं। फिर सतगुर आण निभाया, फिर आके गुरु अर्जन देव जी ने झुका लिया, गुरु साहब के चरणों से मत्था टेकिया। पोथियां लैके गुरु अर्जन साहब जी वापस आए श्री अमृतसर साहब, कीर्तन करते हुए थड़ा साहब ते पोथियां सुभाईमान करके जदों पोथी साहिबां दा प्रकाश करके दर्शन किया, उदों ये बचन उच्चारण किए, प्यू दाते का खोल डिठा खजाना। ये प्यो दाते का खजाना है, मैं अज दर्शन किए ने तां मेरे मन भया निधाना। मेरे हृदय विच खजाने खुल गए ने, आनंद ही आनंद बन गया, खुशियां ही खुशियां हो गई ने। रतन लाल जाका कशु ना मोल, ये ओ हीरे मोती रतन जवाहरात ने जिहदा संसार च कोई मुल नहीं पा सके, इहदी कोई कीमत नहीं। मत विच रतन जवाहर माणक, जे एक गुर की सिख सुनी। ऐसा एक खजाना श्री गुरु महाराज गुरु अर्जन देव जी ने अपने सिखा सेवकां नूं देना सी। थां थां तो गुरबाणी इकत्र करके, अपनी बाणी उच्चारण करके, भगतां भट्टां दी बाणी इकत्र करके श्री गुरु ग्रंथ साहब का स्वरूप लिखवाया। अज साडे कोल उस ऐसा खजाना घर घर दे विच पहुंच गया, क्योंकि उदों ये भी बचन आउंदे ने भाई गुरदास जी नूं। महाराज कहंदे भाई गुरदास जी, दुनिया दे पुन कई किस्म दे हन, कोई खूह लवा देना, कोई बौड़ी लवा देनी, कोई सरोवर बना देना, कोई लंगर चला देना, कोई हस्पताल खोल देना, कोई कॉलेज यूनिवर्सिटी बना देनी भी पुन है। ये सारे पुन बड़े जरूरी ने, बड़े चंगे ने। कोई बंदा पानी पीवेगा, कोई पढ़ाई करेगा, कोई दवाई लवेगा, हस्पतालों तो, सरोवरों तो, अथवा खूहां तलावां तो, जां स्कूलों कालजां तो मनुखता नूं फायदा हुंदा। पर ये स्थाई चीज़ां हुंदियां, स्थानक हुंदियां। सरोवर बनिया, खूह बनिया, पानी पीना, नहाना, उत्थे जाना पएगा। हस्पताल बनिया, तुहानूं हस्पताल जाना पएगा। स्कूल खुला, तुहानूं स्कूल दे विच जाना पएगा। पर पोथी देश विदेश च है। इतिहास च बचन लिखे ने, पोथी देश विदेश च है। पोथी जिहड़ी है ना, वो ऐसा उपकार है भी वो एक थां ते नहीं, वो सारे घरां च पहुंच जाती, देशां विदेशां च पहुंच जाती। अज गुरु ग्रंथ साहब पूरे वर्ल्ड च पहुंच गया, पूरे संसार च पहुंच गया। ये गुरु अर्जन देव जी का सब तो बड़ा उपकार है। वैसे तो सारा जीवन ही महाराज सच्चे पातशाह जी ने किड्डे किड्डे वड्डे महान कार्य किए। सब तो पहला श्री गुरु रामदास साहब जी के पावन सरोवर की सेवा कराई। गुरु रामदास साहब जी के सरोवर बारे भाई साहब संतोख सिंह जी कविराज जी लिखते हैं,
ਉਹ ਕਹਿੰਦੇ ਗੁਰੂ ਅਰਜਨ ਦੇਵ ਜੀ ਨੂੰ ਪੰਚਮ ਪਾਗੂ ਰਾਮਦਾਸ ਨੇ ਕਿਹਾ ਕਿ ਪੁੱਤਰ, ਜਿਵੇਂ ਮੇਰੇ ਸਰੀਰ ਨੂੰ ਸਮਝਦੇ ਹੋ ਨਾ ਵੀ ਸਾਡਾ ਸਰੀਰ ਹੈ ਤੇ ਪਿਤਾ ਦਾ ਸਰੀਰ ਹੈ, ਤੇ ਮੈਂ ਪਿਤਾ ਦੇ ਸਰੀਰ ਦੀ ਸੇਵਾ ਕਰ ਰਿਹਾ, ਮੁੱਠੀ ਚਾਪੀ ਕਰ ਰਿਹਾ, ਪਿਤਾ ਨੂੰ ਪੱਖਾ ਝੱਲ ਰਿਹਾ, ਪਿਤਾ ਨੂੰ ਪ੍ਰਸ਼ਾਦਾ ਛਕਾ ਰਿਹਾ, ਭਾਵਨਾ ਰੱਖਦਾ, ਏਦਾਂ ਸਮਝੀ ਵੀ ਸਰੋਵਰ ਜਿਹੜਾ ਹੈ ਉਹ ਗੁਰੂ ਰਾਮਦਾਸ ਦਾ ਸਰੀਰ ਹੀ ਹੈ। ਤੇ ਗੁਰੂ ਅਰਜਨ ਦੇਵ ਜੀ ਨੇ ਉਸੇ ਭਾਵਨਾ ਨਾਲ ਸਰੋਵਰ ਦੀ ਸੇਵਾ ਕੀਤੀ। ਕੋਈ ਪਾਣੀ ਦਾ ਤਲਾਅ ਨਹੀਂ ਸਮਝਿਆ, ਕੋਈ ਜਲਾਸ਼य ਨਹੀਂ ਸਮਝਿਆ, ਬਲਕਿ ਇਹ ਸਮਝਿਆ ਵੀ ਇਹ ਗੁਰੂ ਰਾਮਦਾਸ ਦਾ ਸਰੀਰ ਹੈ, ਉਹਨਾਂ ਦਾ ਸਰੂਪ ਹੈ। ਇਸੇ ਤਰ੍ਹਾਂ ਤਾਂ ਹੀ ਤਾਂ ਲਿਖਿਆ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੇ ਸੋ ਕੁਲ ਤਰਾਵੇ, ਉਧਾਰ ਹੋਆ ਹੈ ਜੀ ਕਾ। ਫਿਰ ਮਹਾਰਾਜ ਸਾਹਿਬ ਜੀ ਨੇ ਵੱਡਾ ਉਪਕਾਰ ਹਰਿਮੰਦਰ ਸਾਹਿਬ ਦੀ ਰਚਨਾ ਕਰਕੇ ਕੀਤਾ। ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਬਹੁਤ ਵੱਡੇ ਵੱਡੇ ਸਰੋਵਰ ਤਰਨਤਾਰਨ ਸਾਹਿਬ ਜੀ ਦੀ ਰਚਨਾ ਕੀਤੀ। ਇਸੇ ਤਰ੍ਹਾਂ ਸ੍ਰੀ ਕਰਤਾਰਪੁਰ ਜਲੰਧਰ ਦੇ ਵਿੱਚ ਗੰਗਸਰ ਖੂਹ ਲਵਾਇਆ, ਹੋਰ ਬੜੇ ਨਗਰ ਪਿੰਡ ਸ਼ਹਿਰ ਵਸਾਏ, ਭਾਗ ਲਾਏ, ਸਾਰੀ ਧਰਤੀ ਨੂੰ ਤਾਰ ਦਿੱਤਾ। ਉਹਨਾਂ ਦੀ ਪਾਵਨ ਗੁਰਬਾਣੀ ਦੀ ਕਥਾ ਚੱਲ ਰਹੀ ਹੈ। ਪ੍ਰੇਮ ਨਾਲ ਸਰਵਣ ਕਰੀਏ, ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਗਲੇ ਜੰਤ ਭਜੋ ਗੋਪਾਲੈ। ਪਰਉਪਕਾਰੀ ਸਤਿਗੁਰੂ ਪੰਚਮ ਪਾਤਸ਼ਾਹ ਜੀ ਫਰਮਾਨ ਕਰ ਰਹੇ, ਸਗਲੇ ਜੰਤ ਭਜੋ ਗੋਪਾਲੈ। ਸਾਰੇ ਲੋਕੋ, ਸਾਰੇ ਭਰਾਵੋ, ਸਾਰੀ ਦੁਨੀਆ ਦੇ ਜੀਵ, ਜਿੰਨੇ ਵੀ ਤੁਸੀਂ ਦੁਨੀਆ ਦੇ ਬੈਠੇ ਹੋ, ਭਾਈ ਪਰਮਾਤਮਾ ਦਾ ਭਜਨ ਕਰੋ। ਉਹ ਗੋਪਾਲ ਪਰਮਾਤਮਾ ਜੋ ਸਾਰਿਆਂ ਨੂੰ ਪਾਲਣ ਵਾਲਾ ਹੈ, ਗਊਆਂ ਨੂੰ ਪਾਲਣ ਵਾਲਾ ਹੈ। ਗੋਪਾਲ ਦਾ ਅਰਥ ਹੁੰਦਾ ਗਊਆਂ ਨੂੰ ਪਾਲਣ ਵਾਲਾ। ਆਪਾਂ ਸਾਰੇ ਸੰਸਾਰ ਦੇ ਜੀਵ ਉਸ ਪਰਮਾਤਮਾ ਦੇ ਪਸ਼ੂ, ਉਹਦੇ ਮਾਲ ਧਨ ਹੀ ਆ, ਉਹ ਸਾਡਾ ਮਾਲਕ ਹੈ। ਹਮ ਗੋਰੂ ਤੁਮ ਗਵਾਰ ਗੁਸਾਈ, ਜਨਮ ਜਨਮ ਰਖਵਾਰੇ। ਗੋਰੂ ਕਹਿੰਦੇ ਨੇ ਗਊਆਂ ਨੂੰ, ਪਸ਼ੂਆਂ ਨੂੰ। ਅਸੀਂ ਤੁਹਾਡੇ ਮਹਾਰਾਜ, ਤੁਹਾਡੇ ਘਰ ਦੇ ਵਿੱਚ ਰਹਿਣ ਵਾਲੇ ਪਸ਼ੂ ਹਾਂ। ਜਿਵੇਂ ਇੱਕ ਪਸ਼ੂ ਪਾਲਣ ਵਾਲਾ ਆਪਣੀਆਂ ਗਊਆਂ ਨੂੰ ਪੱਠੇ ਵੀ ਪਾਉਂਦਾ, ਪਾਣੀ ਵੀ ਦਿੰਦਾ, ਉਹਨਾਂ ਨੂੰ ਨਹਾਉਂਦਾ ਧੁਆਉਂਦਾ ਵੀ ਹੈ, ਉਹਨਾਂ ਦਾ ਦੁੱਧ ਵੀ ਚੋਂਦਾ ਹੈ, ਉਹਨਾਂ ਦਾ ਖਿਆਲ ਵੀ ਰੱਖਦਾ। ਜੇ ਉਹ ਪਸ਼ੂ ਬਿਮਾਰ ਹੋ ਜਾਣ ਤੇ ਦਵਾਈ ਵੀ ਦਿੰਦਾ ਹੈ। ਉਹ ਆਪਣੇ ਮਾਲਕ ਵੱਲ ਦੇਖਦੇ ਰਹਿੰਦੇ ਆ ਵੀ ਸਾਨੂੰ ਇਹਨੇ ਪੱਠੇ ਪਾਣੇ, ਇਹਨੇ ਸਾਨੂੰ ਪਾਣੀ ਦੇਣਾ, ਇਹਨੇ ਸਾਨੂੰ ਸਾਂਭਣਾ। ਤੇ ਹਾਲਾਂਕਿ ਪਸ਼ੂਆਂ ਕੋਲ ਬਹੁਤਾ ਦਿਮਾਗ ਨਹੀਂ ਹੁੰਦਾ, ਪਰ ਆਪਣੇ ਮਾਲਕ ਵੱਲ ਤਰਸ ਭਰੀਆਂ ਅੱਖਾਂ ਨਾਲ ਜਦੋਂ ਗਊਆਂ ਵੇਖਦੀਆਂ ਨੇ ਨਾ, ਉਦੋਂ ਉਹ ਮਾਲਕ ਉਹਨਾਂ ਦਾ ਇਸ਼ਾਰਾ ਸਮਝ ਕੇ ਉਹਨਾਂ ਤੇ ਕਿਰਪਾ ਕਰਦਾ। ਇਹਨੂੰ ਪਿਆਸ ਲੱਗੀ, ਪਾਣੀ ਦਿਓ, ਇਹਨੂੰ ਭੁੱਖ ਲੱਗੀ ਹੈ, ਪੱਠੇ ਪਾਓ। ਹਮ ਗੋਰੂ, ਅਸੀਂ ਗਊਆਂ ਆ, ਤੁਮ ਗਵਾਰ ਗੁਸਾਈ, ਤੁਸੀਂ ਸਾਡੇ ਗਵਾਲੇ ਹੋ, ਤੁਸੀਂ ਸਾਨੂੰ ਪੱਠੇ ਪਾਉਣ ਵਾਲੇ। ਜਨਮ ਜਨਮ ਰਖਵਾ, ਇੱਕ ਜਨਮ ਦੇ ਨਹੀਂ, ਹਰ ਜਨਮ 'ਚ ਮਹਾਰਾਜ ਤੁਸੀਂ ਸਾਡੀ ਰਾਖੀ ਕੀਤੀ। ਗੋਪਾਲ, ਗੋ ਨਾਮ ਇੰਦਰੀਆਂ ਦਾ ਹੈ। ਆ ਜਿਹੜੀਆਂ ਅੱਖਾਂ, ਕੰਨ, ਨੱਕ, ਪੰਜ ਸਾਡੀ ਗਿਆਨ ਇੰਦਰੀਆਂ, ਪੰਜ ਸਾਡੀਆਂ ਕਰਮ ਇੰਦਰੀਆਂ, ਇਹਨਾਂ ਨੂੰ ਵੀ ਪਰਮਾਤਮਾ ਸੱਤਾ ਦਿੰਦਾ। ਜੇ ਉਹਦੀ ਜੋਤ ਨਾ ਹੋਵੇ, ਅੱਖਾਂ ਦੇਖ ਨਹੀਂ ਸਕਦੀਆਂ, ਕੰਨ ਸੁਣ ਨਹੀਂ ਸਕਦੇ, ਨੱਕ ਸੁੰਘ ਨਹੀਂ ਸਕਦੀ, ਚਮੜੀ ਛੂ ਨਹੀਂ ਸਕਦੀ। ਮੁਰਦੇ ਦੇ ਵਿੱਚੋਂ ਅਕਾਲ ਪੁਰਖ ਦੀ ਜੋਤ ਜਦੋਂ ਨਿਕਲ ਜਾਂਦੀ ਹੈ, ਡੈਡ ਬਾਡੀ ਦੀਆਂ ਅੱਖਾਂ ਹੁੰਦੀਆਂ ਪਰ ਦਿਸਦਾ ਕੋਈ ਨਹੀਂ, ਕੰਨ ਹੁੰਦੇ ਪਰ ਉਹਨੂੰ ਸੁਣਦਾ ਕੋਈ ਨਹੀਂ, ਜੀਭ ਹੁੰਦੀ ਹੈ ਪਰ ਉਹ ਚੱਖ ਨਹੀਂ ਸਕਦੀ। ਬਿਨਾਂ ਅਕਾਲ ਪੁਰਖ ਦੀ ਸੱਤਾ ਦੇ ਨਾ ਸਾਡੀਆਂ ਗਿਆਨ ਇੰਦਰੀਆਂ ਕੰਮ ਕਰਦੀਆਂ ਨੇ, ਨਾ ਸਾਡੀਆਂ ਕਰਮ ਇੰਦਰੀਆਂ ਕੰਮ ਕਰਦੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਗੋਪਾਲ ਹੋ, ਤਾਂ ਐਸੇ ਗੋਪਾਲ ਦਾ ਭਜਨ ਕਰੀਏ ਜਿਹਦੇ ਤੋਂ ਬਿਨਾਂ ਅਸੀਂ ਜੀ ਨਹੀਂ ਸਕਦੇ, ਜਿਨ੍ਹਾਂ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ, ਜਿਨ੍ਹਾਂ ਤੋਂ ਬਿਨਾਂ ਅਸੀਂ, ਇਹ ਸਾਡੀ ਹੋਂਦ ਹੀ ਕੋਈ ਨਹੀਂ, ਜਿਸ ਤੋਂ ਬਿਨਾਂ ਸਾਡਾ ਅਸਤਿਤਵ ਵੀ ਕੋਈ ਨਹੀਂ, ਸਾਡੀ ਇਸ ਦੁਨੀਆ ਤੇ ਕੋਈ ਪਰਸਨੈਲਿਟੀ ਬਣ ਹੀ ਨਹੀਂ ਸਕਦੀ ਉਸ ਜੋਤ ਤੋਂ ਬਿਨਾਂ। ਮਹਾਰਾਜ ਕਹਿੰਦੇ ਉਹਨੂੰ ਜਪੋ, ਸਗਲੇ ਜੰਤ ਭਜੋ ਗੋਪਾਲ। ਸਾਰੇ ਭਾਈ ਭਜਨ ਕਰੋ, ਭਜੋ ਗੋਬਿੰਦ, ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਓ, ਵਾਹਿਗੁਰੂ 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 ਵਾਹਿਗੁਰੂ।
हर वेले उठद्या बहद्या सौंद्या जागद्या ये काम गुरु साहब कहते करी चलो। जप तप संजम पूरन घालै। महाराज कहते जप तप की घालना पूर्ण है, ये घालो। जिवें कोई बंदा मेहनत करता है, आपां दुनियावी कामां दी मेहनत करते हैं, अपने पैरों ते खड़े होने वास्ते, सैटल होने वास्ते बंदा कितना तरद्दुत करता। बच्चे कितनी मेहनत करके पढ़ाइयां स्कूलों में, कॉलेजों, यूनिवर्सिटियां करते, सारी सारी रात जागते। उन्होंने पुछो भी रात सारी रात पढ़ते क्यों पढ़ते, कहते डिग्री लेनी है, असी कोई डॉक्टर बनना है, कोई इंजीनियर बनना है, कोई वकील बनना है, कोई जज बनना है, कोई बिजनेसमैन बनना है, मेहनत करनी पैंदी। कहते परमात्मा नूं मिलण वास्ते भी थोड़ी मेहनत करो। वाहिगुरू 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 का जाप जिहड़ा है ये करो, ये करे बिना तो गल बननी नहीं, खेड़ा छुटना नहीं। 84 लाख जूना च पए रहोगे, पशु पंछी कीड़े मकोड़े बनते रहोगे। जप तप संजम पूर्ण घाल है। असली घालना जिहड़ी है ना वो जप तप दी पूर्ण घालना वो घालो। हाँ जी। नित भजो स्वामी अंतरजामी। नित भजो स्वामी, हर रोज स्वामी का रोज एवरी डे भजन करो। ये नहीं भी एक बारी जपसी साहब पढ़ लिया मुड़ के कभी ना ही नहीं लेना मेरे वर्गिया ने, ये रोज का ही काम है। वाहिगुरू 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 वाहिगुरू। तू ही है महाराज, मैं है ही नहीं, मैं ना ही प्रभ सब कुछ तेरा। उठद्या बहद्या सौंद्या जागद्या तुरद्या फिरद्या जदों याद आ जाए लग जाए। अरदास करो भी महाराज भुले ही ना। वैसे तो साध संगत जी असी सारे ही भुलनहार हाँ। माया करदी का माया का अकाल पुरख नाल झगड़ा की है। माया ये भुला देंदी है, आप भुलाया भुलावण आ रहा, बाहर आपां निकलना, कोई ना कोई ख्याल आ गया उधर चली जानी बिरती, नाम जपण नहीं देंदी माया। अरदास ये करिए भी विसर नाई दातार अपना नाम देओ, गुण गावां दिन रात नानक चाओ। नित भजै स्वामी, रोज भजन करिए स्वामी दा, सुख है गामी। जिहड़ा सानू सुख स्वरूप च लिजा सकदा। आपां सारे दुखी हां, टेंशन है, परेशानी है, चिंता है, हर घर दे विच है, हर बंदे दे मन विच है। नानक दुखिया सब संसार, कोई ना कोई क्वेश्चन मार्क हर बंदे दे मत्थे ते लगा होया। की बनेगा, की होवेगा, की है, किवें है, किदां है, किथे है, ठीक है, गलत है, इसे चक्कर च आपां पए होए। गुरबाणी का रस भी नहीं लै सकते, कीर्तन कथा का आनंद भी नहीं लै सकते। कारण की है भी साडे मन के शंके ही नहीं मिटते। साडे अंदर की जिहड़ी बिरती है वो एकाग्र हुंदी ही नहीं। बाहरलियां गल्लां ते फोकस कर रहे हैं असीं, अंदरली गल ते कोई साडा ध्यान नहीं। गुरबाणी श्री गुरु ग्रंथ साहब सच्चे पातशाह अंदर की गल करते हैं, असीं सारियां बाहरलियां माया दी गल्लां करदे। बाहर माया ही है, भावें वो गुरुद्वारे विच भी होवे, भावें मंदिर च होवे, भावें मसीत च होवे। गुरबाणी तो बिना, अध्यात्म तो बिना बाहर सारी माया ही है। महाराज कहते अंदर जाओ तुहानूं सुख है कामी, तुहाडे अंदर सुख दा प्रवेश करा देगी बाणी, तुहानूं सुख च लै जावेगी। सफल जन्म सबाया। सफल जन्म सबाया, सारा जन्म सफल हो जाएगा, सारे लोगों का जन्म सफल हो जाएगा। जेड़ा जेड़े जपणगे जिन्हां तोए ध्यायो तिन्हां पूर्ण प्रताप पायो। ये गल्लां तो नहीं पंजाबियां दे हिस्से आया। गुरु कलगीधर पातशाह कहते बंग के बंगाली, फिरंग के फिरंगा वाली, दिल्ली के दिल वाली, तेरी आज्ञा में चलत है। रो के रोहेले, माग देश के मुंगेले, वीर भंगसी बुंदेले, पाप पुंज को मलत है। गोखा गुण गावे, चीन मचीन के शीस न्यावे, तिब्बती ध्याए दोख देह को दलत है। जिन्हें तोहे ध्यायो तिन्हें पूर्ण प्रताप पायो। सर्ब धन धाम फल फूल सो फलत है। बंग के बंगाली, बंगाल च रहने वाले बंगाली कहते। फिरंगी जिन्होंने आपां कहने फ्रांस दे जां यूरोप दे, उन्होंने फिरंगी कहते। जदों हिंदुस्तान च आए सी ना पहली बार, पुर्तगाली आए, फिर फ्रांसीसी आए, फिर इंग्लैंड वाले अंग्रेज आए, होर भी कौमां दे लोग गोरे आए उत्थे। उन्होंने अपने पंजाब हिंदुस्तान वालियां ने नाम दे दिता फिरंगी, क्योंकि ये आए सी गुरु नानक देव जी के समय तो शुरू हो गए सी। 10वें पातशाह जी के समय तक बहुत फैल गए सी।
उस वेले महाराज ने फिरंगी शब्द वरत्या, बंग के बंगाली, फिरंग के फिरंगा वाली, दिल्ली के दिल वाली, तेरी आग्या मैं चलदा। दिल्ली च रहने वाले दिल वाली, जिवें पंजाब दे रहने वाले पंजाबी कहने, बिहार दे नूं आपां बिहारी कहने। इसे तरह ही महाराज ने सारियां बोलियां दे, सारे देशां दे, सारियां कौमां दे, सारियां जातां दे, सारियां नस्लां दे नाम लैके कह दिता, जिन्हां तो किसी ने भी इन्हां विचों कोई भी परमात्मा तेनों ध्यान लवे, ओहदा प्रताप पसरेगा ही, ओहदी महिमा होनी होनी, ओहदी जय जयकार होनी, कोई रोक नहीं सकता। सर्व धन धाम फल फूल सो फलदा, ओहदे घर विच किसी चीज की कमी नहीं रहिंदी, खजाने भर जाते हैं। सो सफल जन्म सुभाया, सारियां दा जन्म सफल हुंदा, सारा जन्म सफल, सारी लाइफ साडी सफल हो जाएगी। अखीरले समय जे वाहिगुरू चेते आ जाए, वाहिगुरू 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 करते करते श्वास निकल जाए, वाहिगुरू वाहिगुरू करदियां ये शरीर तो साडी आत्मा चाले मार जावे ते सीधी सचखंड जाएगी। अंतकाल नारायण सिमरै, ऐसी चिंता मैं जे मरै। महाराज कहते जे अखीर वेले वाहिगुरू नूं चेते करदियां श्वास निकले हन, तां बदत लोचन तेलर मुक्ता पीतांबर वाके हृदय वसे। वो मुक्त है, उहदे हृदय च परमेश्वर वस गया। गोबिंद गाइया नित ध्याइया, ए भाई उस गोबिंद नूं, उस वाहिगुरू नूं ध्याइए, रोज ओहदा ध्यान करिए। अपने अंदर वसदा है वाहिगुरू, दा सिमरन करिए। सिमरो सिमर सिमर सुख पावो, काल कलेश तन माए मिटावो। सिमरो जास विशंभर एक है, जिहड़ा सारे विश्व नूं भरन वाला है। विशंभर का मतलब होता है विश्व, वर्ल्ड, दुनिया, ब्रह्मांड, खंड, जिन्ना भी ग्लोबल है, करोड़ा सूरज, करोड़ा चंद्रमा तक, जिन्नी गैलेक्सी, जिन्हें करोड़ा ही रचना रची है ना, सूक्ष्म तो सूक्ष्म ते स्थूल तो स्थूल, वो परमात्मा ने भरी हुई है, उहदे च बैठा होया। ऐसे विशंभर नूं ध्याइए, गोबिंद ध्याइए, उस वाहिगुरू दा सिमरन करिए, उहनूं जपीए। प्रवाण सोई आया, उस बंदे दा इस दुनिया ते आउणा परवान है, परवान सोई आया। आपां आए तां सारे ही हां, पर परवान कोई कोई हुंदा। आखो श्री वाहिगुरू। महाराज पंचम पातशाह जी दे पावन प्रभात हन गौड़ी 52 अखरी विच। पावन आए सृष्ट में, कहते आउण नूं ते बड़े लोग आए ने, करोड़ां अरबां खरबां लोग दुनिया दे आए ने, पशु भी आए ने, पंछी भी आए ने, 84 लाख जूना आईयां ने, 33 करोड़ देवी देवता आए ने, आउण नूं सारे आए ने, पर बिन बूझे पशु ढोर। आखो श्री वाहिगुरू। जिन्ना चਿਰ परमात्मा नूं नहीं बुझिया, वाहिगुरू नूं अपने अंदर नहीं वेखिया, बंदे नहीं आए, डंगर आए ने। ये मैं कोलों नहीं कह रहा, साडे वास्ते ही बचन ने गुरु दे, पर गुरु ने कहे ने। कई बारी गुरु नूं भी कौड़ा बोलना पैंदा। महाराज कहते बिन बूझे, बिना समझिया, बिना गल बुझिया पशु ही आए ने, बंदे नहीं। बंदे दिसदे ने, ओए मानस जून ना आखियन पशु ढोर गवार। किसी बंदे नूं पशु कह दी, बड़ा गुस्सा करेगा। बड़ी मैनू भी कोई कह दे तू पशु है, किसी नूं आपां कह रहीए पशु है, उन्होंने बड़ी अग लगती है, बड़ा गुस्सा आउंदा। किसी नूं पशु कहना बड़ा वड्डा गुनाह, बड़ी वड्डी गाल है। पर सच्चे पातशाह जिहड़े तरीके नाल कह रहे ने, जिहड़े दलील दे के कह रहे ने, जिहड़ी मिसाल दे के कह रहे ने, जिहड़े लॉजिक नाल कह रहे ने, वो सच्चा है। वो कहते बिना बूझे, जे तू अपने आउण दा प्रयोजन नहीं समझिया इत्थे भी तू क्यों आया, तो फिर तू पशु ही आया। आमने आए सृष्ट में, सृष्टि च आउण नूं तां बड़े आए ने, बिन बूझे पशु ढोर। नानक गुरमुख से बुझै, जिन कै भाग मथोर। कहते जिन्हां दे मत्थे दे कर्म चंगे, गुरु दे प्यार लड़ लग के, उन्होंने गुरु दे राही समझ लिया भी असीं क्यों आए हैं, कित्थों आए हैं, कित्थे जाना, की हैं असीं। बाकी तां सब एवें ही वाह वेले च अपना जीवन लंघा के चले जाते हैं।
सच्चे पातशाह कहते उन्हों का आना सफल है। आया सफलता हूँ को कहनी है, आया सफला उन्हों का जानो, जास रसन हर हर जस भनी है, जिन्हों की रसना वाहिगुरु वाहिगुरु जपदी है। जप ताप संजम हर हर निरंजन। महाराज कहते जप तप जिहड़ा है संजम वो वाहिगुरु 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 दे नाल ही है, होर कोई जप नहीं। जिन्ना भी जप करना है परमेश्वर दे वास्ते करना, जिन्ना तप करना वो भी परमेश्वर दे वास्ते करना। साध संगत जी जप और तप त्रै प्रकार दा है, तमोगुणी भी है, रजोगुणी भी है, सतोगुणी भी है। कई लोग तप करके भूतां प्रेतां नूं वस करते हैं, जप भी करते हैं, भूतां प्रेतां नूं वस करांगे फिर असी आ काम करांगे, फिर आपां ओह करांगे, रिद्धियां सिद्धियां प्राप्त करांगे, करामातां प्राप्त करांगे, किसी देवते नूं खुश करांगे, देवते तो वरदान लवांगे, पैसा इकट्ठा करांगे। माफ कर देना, पहली गल तो सिख समाज अज जप तप करता ही कोई नहीं। साडी जिहड़ी हालत है, साडे विच जप तप वाली गल खत्म हो गई। प्रचारक उल्टा जरूर कहते हैं भी ये ना करो। ओहो जिहियां पंक्तियां लभ लैंदे आ गुरु ग्रंथ साहब चों जिहड़ियां गुरु साहब ने पखंड दे विरोध च कहियां सी। जप तप दा पखंड हुंदा ओहदे खिलाफ कहियां सी, ਉਹ सच्चे जप तप का भी खंडन करन लग जाते हैं। जे कोई करता भी है गुरबाणी का पाठ करता है, वो काहदे लई करता, लालच नहीं करता। अगे जी इन्ने दिन पाठ करिए साडे काके दी कुड़माई हो जाए, दुकानदार कहता गाहक चंगे आउण लग जाण, पैसा बाबा जी दसो किवें बनेगा, शब्द दिओ सानू, बीमारी किवें हटेगी। यानी दुनियावी चीज़ां वास्ते असीं करते हैं, अपनी आत्मा वास्ते जप तप नहीं करते। गुरु साहब कहते जप तप जप ताप संजम हर हर निरंजन। जिन्ना भी जप तप है वो वाहिगुरु नूं मिलण वास्ते होवे। वाहिगुरु 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 करो, बाणी पढ़ो, जपजी साहब का पाठ करो, नितनेम करो, गुरु ग्रंथ साहब का पाठ करो, जिन्नी बाणी पढ़ो, परमात्मा नूं मिलण वास्ते। हर हर निरंजन, जिहड़ा वाहिगुरु परमेश्वर माया तो निर्लेप है उस निरंजन कहते। अंजन नाम कालख दा है। अंजन कहते ने सुरमे नूं, सुरमा काला हुंदा, अखां 'च पाਉਂਦੇ ना सुरमा, ਉਹਨੂੰ अंजन कहते। ਉਹ काले रंग ਦਾ ਹੁੰਦਾ सुरमा। उतों अंजन हर काली चीज़ नूं कहते हैं। इत्थे गुरबाणी विच अंजन माया की कालख नूं कहा है। जिहड़ी माया की कालख लगी हुई जीव आत्मा दे आले दुआले, वो जिहड़ी फुरने कफुरने संकल्प विकल्प चल रहे ने, वो सारी जिहड़ी कालख है उहदे तो सिर्फ एको ही बचिया है, वो परमेश्वर अकाल पुरख है, उहनूं कहंदे निरंजन। ऐसा नाम निरंजन होए जे को मन जाना है मन कोय। ऐसा वाहिगुरु परमेश्वर का नाम है निरंजन, जिहड़ा माया की कालख तो रहत है। कहते उस वाहिगुरु नूं जपना करिए। गोबिंद धन संग चालै, जिहड़ा परमात्मा दे नाम का धन है नाल जांदा है। गोबिंद धन संग चालै। पैसे वाला धन जिहड़ा है उहदे बारे साहिब जी ने बचन कीता है, धन करते का खेल है, कदे आवे कदे जाए। पैसा कदी आ गया कदी चला गया, कदी आपां करोड़ापति बन गए ते कदी जेब च खाण नूं रोटी जोगे पैसे कोई नहीं। ऐसी भी हालत आ जाती। बड़े बड़े अमीर बंदे, बड़े बड़े मिलियन ट्रिलियन के मालक, वो भी बेचारे कंगाल बन जाते हैं, बिजनेस घाटा पै जाता, हालात बदल जाते। कदे आवे कदे जाए, पैसा कदी आ गया पैसा कदी चला गया। पर साहब कहते ज्ञानियां का धन नाम है। तत बेते महापुरुष ज्ञानी पुरुषों का धन नाम है। सद ही रह समाय, वो धन सदा ही हिरदे च वसिया रहिंदा, उहनूं कोई खो नहीं सकता। बाकी धन आउंदा जांदा, नाम धन कदी जांदा नहीं।
ਗੋਬਿੰਦ ਧਨ ਸੰਗ ਚੱਲ ਜਾਣ ਲੱਗਿਆ। ਮੰਨ ਲਓ ਕਿਸੇ ਨੂੰ ਘਾਟਾ ਨਾ ਵੀ ਪਵੇ, ਕੋਈ ਕਰੋੜਾਪਤੀ ਅਰਬਾਪਤੀ ਬੰਦਾ ਮਰਨ ਤੱਕ ਵੀ ਅਮੀਰ ਰਵੇ, ਪਰ ਮਰਨ ਲੱਗਿਆ ਤੇ ਨਹੀਂ ਜਾਏਗਾ ਨਾਲ, ਤੇ ਕੌਡੀ ਵੀ ਨਹੀਂ ਜਾਏਗੀ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਸੰਗ ਕੀ ਦੇਹ ਨਾ ਸੰਗ ਸਿਧਾ ਹੈ। ਆ ਜਿਹੜਾ ਸਰੀਰ ਨਾਲ ਆਇਆ ਇਹ ਵੀ ਨਾਲ ਨਹੀਂ ਜਾਏਗਾ। ਪੈਸਾ ਤਾਂ ਕਿਹਦੇ ਨਾਲ ਜਾਣਾ? ਸਿਕੰਦਰ ਸਾਰੀ ਦੁਨੀਆ ਲੁੱਟ ਕੇ ਲੈ ਆਇਆ, ਸਾਰੀ ਦੁਨੀਆ ਦਾ ਧਨ ਦੌਲਤ ਖਜ਼ਾਨੇ ਲੁੱਟ ਲਏ, ਸਾਰੀ ਦੁਨੀਆ ਦਾ ਧਨ ਪਦਾਰਥ ਹੀਰੇ ਮੋਤੀ ਸੋਨਾ ਚਾਂਦੀ ਆਪਣੇ ਖਜ਼ਾਨਿਆਂ 'ਚ ਭਰ ਲਿਆ। ਜਦੋਂ ਮੌਤ ਆਈ ਸਮਝ ਆਈ ਵੀ ਮੈਂ ਨਾਲ ਕੀ ਲੈ ਕੇ ਜਾਣਾ। ਆਪਣੇ ਜਿਹੜੇ ਉਹਦੇ ਦਰਬਾਰੀ ਸਨ, ਵਜ਼ੀਰ ਅਮੀਰ ਸਨ, ਉਹਨਾਂ ਨੂੰ ਸੱਦ ਕੇ ਕਹਿਣ ਲੱਗਾ ਮੇਰਾ ਅੰਤ ਸਮਾਂ ਆ ਗਿਆ, ਮੇਰਾ ਜਨਾਜ਼ਾ ਲੈ ਕੇ ਜਾਣਾ, ਮੇਰੀਆਂ ਦੋ ਗੱਲਾਂ ਖਿਆਲ ਰੱਖਿਆ, ਜਿੰਨਾ ਚਿਰ ਮੈਂ ਮਰ ਜਾਵਾਂਗਾ ਉਸ ਤੋਂ ਬਾਅਦ ਤੁਸੀਂ ਲੈ ਕੇ ਜਾਓਗੇ ਮੇਰੇ ਨਾਲ, ਤੁਸੀਂ ਮੇਰਾ ਦਫਨਾਓਗੇ ਕਬਰ ਦੇ ਵਿੱਚ, ਉਹ ਜਿਹੜਾ ਜਨਾਜ਼ਾ ਜਾਏਗਾ ਉਹਦੇ ਨਾਲ ਮੇਰਾ ਸਾਰਾ ਖਜ਼ਾਨਾ ਲੱਦ ਕੇ ਲੈ ਜਾਣਾ, ਹੀਰੇ ਮੋਤੀ ਸੋਨਾ ਚਾਂਦੀ, ਉਹਦਾ ਜਲੂਸ ਕੱਢਣਾ, ਸ਼ੋਅ ਕਰਨਾ। ਤੇ ਦੂਜਾ ਇੱਕ ਕੰਮ ਇਹ ਕਰਨਾ ਵੀ ਮੇਰੇ ਹੱਥ ਦੋਵੇਂ ਬਾਹਰ ਏਦਾਂ ਲਮਕਾ ਦੇਣੇ। ਵਜ਼ੀਰ ਬੜੇ ਹੈਰਾਨ ਹੋਏ, ਕਹਿਣ ਲੱਗੇ ਬਾਦਸ਼ਾਹ ਸਲਾਮਤ, ਇਹ ਦੋਵੇਂ ਕੰਮ ਦੁਨੀਆ ਤੋਂ ਵੱਖਰੇ। ਕੋਈ ਵੀ ਮਰਦਾ ਹੈ ਉਹਦੀ ਪ੍ਰਾਪਰਟੀ, ਉਹਦਾ ਖਜ਼ਾਨਾ, ਉਹਦੀ ਜਾਇਦਾਦ, ਸੋਨਾ ਚਾਂਦੀ ਏਦਾਂ ਕਦੀ ਦਿਖਾਇਆ ਨਹੀਂ ਜਾਂਦਾ। ਤੇ ਫਿਰ ਤੁਹਾਡੇ ਹੱਥ ਜਨਾਜ਼ੇ ਵਿੱਚੋਂ ਬਾਹਰ ਮੁਰਦੇ ਦੇ ਹੱਥ ਉਹ ਹੁਣ ਜਿਹੜੇ ਡਰਾਉਣੇ ਜਿਹੇ ਲੱਗਦੇ ਆ, ਇਹ ਕਿਉਂ? ਕੀ ਕਾਰਨ ਹੈ ਇਹਦਾ? ਕਹਿਣ ਲੱਗਾ ਦੋ ਚੀਜ਼ਾਂ ਦੁਨੀਆ ਨੂੰ ਸਮਝ ਆਣਗੀਆਂ ਵੀ ਐਨੇ ਖਜ਼ਾਨੇ ਦਾ ਮਾਲਕ ਸੀ ਪਰ ਹੱਥ ਖਾਲੀ ਜਾ ਰਿਹਾ ਹੈ। ਇਹ ਗੱਲ ਦੁਨੀਆ ਨੂੰ ਪਤਾ ਲੱਗ ਜਾਵੇ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਧਨ ਦਾ ਨਾਲ ਨਹੀਂ ਜਾਂਦਾ, ਪਰ ਜਿਨ੍ਹਾਂ ਦੇ ਪੱਲੇ ਵਾਹਿਗੁਰੂ ਦਾ ਧਨ ਹੈ, ਨਾਮ ਦਾ ਧਨ ਹੈ, ਗੋਬਿੰਦ ਧਨ ਸੰਗ ਚੱਲੈ, ਉਹ ਨਾਲ ਜਾਂਦਾ ਹੈ। ਬਿਨਵੰਤ ਨਾਨਕ ਕਰ ਦਇਆ ਦੀਜੈ। ਮਹਾਰਾਜ ਕਹਿੰਦੇ ਬਿਨਵੰਤ ਨਾਨਕ, ਬੇਨਤੀ ਰੂਪ ਬਚਨ ਕਰਦੇ ਸਤਿਗੁਰੂ ਜੀ ਕਿ ਹੇ ਵਾਹਿਗੁਰੂ ਦਇਆ ਕਰਕੇ ਹਰਿ ਰਤਨ ਬਾਧੋ ਪਾਲੈ, ਮੈਨੂੰ ਨਾਮ ਦਾ ਧਨ ਬਖਸ਼ੋ, ਮੈਂ ਨਾਮ ਰੂਪੀ ਧਨ ਪੱਲੇ ਬੰਨ ਕੇ ਜਾਵਾਂ। ਮੰਗਲ ਚਾਰ ਚੋਜ ਆਨੰਦਾ। ਜਦੋਂ ਵਾਹਿਗੁਰੂ ਦਾ ਨਾਮ ਧਨ ਮਿਲ ਜਾਂਦਾ ਹੈ ਬੜੀਆਂ ਖੁਸ਼ੀਆਂ ਹੁੰਦੀਆਂ। ਮੰਗਲਾਚਾਰ ਚੋਜ ਆਨੰਦਾ, ਬੜੇ ਚੋਜ, ਬੜੇ ਅਚਰਜ ਕੌਤਕ ਦਿਸਦੇ ਆ। ਫਿਰ ਇਹ ਸੰਸਾਰ ਤੋਂ ਪਰਲੇ ਪਾਸੇ ਦੇ ਗੁਪਤ ਨਜ਼ਾਰੇ ਨਜ਼ਰ ਆਉਂਦੇ ਆ, ਆਨੰਦ ਹੀ ਆਨੰਦ ਬਣ ਜਾਂਦਾ ਹੈ। ਕਰ ਕਿਰਪਾ ਮਿਲੇ ਪਰਮਾਨੰਦਾ, ਕਰ ਕਿਰਪਾ ਮਿਲੇ ਪਰਮਾਨੰਦਾ, ਕਿਰਪਾ ਕਰਕੇ ਉਹ ਪਰਮਾਨੰਦ ਸਰੂਪ ਪਰਮਾਤਮਾ ਵਾਹਿਗੁਰੂ ਜੀ ਮਿਲ ਜਾਂਦੇ ਹਨ। ਪ੍ਰਭ ਮਿਲੇ ਸੁਆਮੀ ਸੁਖ ਹੈ ਗਾਮੀ, ਉਹ ਪ੍ਰਭ ਸੁਆਮੀ ਜੀ ਮਿਲ ਜਾਂਦੇ ਜਿਹੜੇ ਸੁਖ ਸਰੂਪ ਵਿੱਚ ਸਾਨੂੰ ਲੀਨ ਕਰਨ ਵਾਲੇ ਹਨ, ਜਿਹੜੇ ਸਾਨੂੰ ਸੁੱਖ ਦੇ ਵਿੱਚ ਲਿਜਾਣ ਵਾਲੇ, ਗਾਮੀ ਮੈਨੇ ਲੈ ਜਾਣ ਵਾਲੇ, ਪਹੁੰਚਾਉਣ ਵਾਲੇ। ਸੁੱਖ ਵਿੱਚ ਪਹੁੰਚਾਉਣ ਵਾਲਾ ਕੌਣ ਹੈ ਦੁਨੀਆ ਤੇ? ਆਪਾਂ ਨੂੰ ਜਿੰਨੇ ਵੀ ਮਿਲੇ ਸਾਧ ਸੰਗਤ ਜੀ ਅੱਜ ਤਾਈਂ, ਆਪਾਂ ਨੂੰ ਲੱਗਦਾ ਵੀ ਸੁੱਖ ਦੇਣਗੇ ਪਰ ਦਿੰਦੇ ਦੁੱਖ ਹੀ ਹਨ। ਆਖੋ ਸ੍ਰੀ ਵਾਹਿਗੁਰੂ। ਜਿੰਨੇ ਵੀ ਆਪਾਂ ਨੂੰ ਸਾਧਨ ਮਿਲੇ, ਜਿਹੜੀ ਚੀਜ਼ ਸੁੱਖ ਦੇ ਲਈ ਆਪਾਂ ਲਈ ਹੈ, ਉਹ ਕੀ ਸਾਰਾ ਟਾਈਮ ਸੁੱਖ ਦਿੰਦੀ ਹੈ? ਕੋਈ ਵੀ ਚੀਜ਼ ਹੈ, ਗੱਡੀ ਲੈ ਲਓ, ਕਾਰ ਹੈ, ਸੁੱਖ ਦਿੰਦੀ ਹੈ। ਜੇ ਐਕਸੀਡੈਂਟ ਹੋ ਜਾਏ ਫਿਰ ਲੱਤਾਂ ਬਾਹਾਂ ਵੀ ਟੁੱਟਦੀਆਂ, ਐਕਸੀਡੈਂਟ 'ਚ ਜਾਨ ਵੀ ਜਾ ਸਕਦੀ ਹੈ। ਬਿਜਲੀ ਆ ਦੇਖੋ ਕਿੰਨਾ ਸੁੱਖ ਦਿੰਦੀ ਹੈ। ਪੱਖੇ ਚੱਲ ਰਹੇ ਆ, ਟੀਵੀ ਚੱਲ ਰਹੇ ਆ, ਕੈਮਰੇ ਚੱਲ ਰਹੇ ਆ, ਬਲਬ ਚੱਲ ਰਹੇ, ਟਿਊਬਾਂ ਚੱਲ ਰਹੀਆਂ, ਲੱਖਾਂ ਮਸ਼ੀਨਾਂ ਚੱਲ ਰਹੀ, ਬੜਾ ਸੁੱਖ ਦਿੰਦੀ ਬਿਜਲੀ। ਪਰ ਜੇ ਨੰਗੀ ਤਾਰ ਨੂੰ ਹੱਥ ਲੱਗ ਜੇ ਦੁੱਖ ਵੀ ਬੜਾ ਦਿੰਦੀ ਹੈ। ਜਿੰਨੇ ਸਾਡੇ ਰਿਸ਼ਤੇ ਨਾਤੇ ਭੈਣ ਭਰਾ ਸੱਜਣ ਮਿੱਤਰ ਨੇ ਸੁੱਖ ਦਿੰਦੇ ਨੇ, ਬੱਚੇ ਬੜਾ ਸੁੱਖ ਦਿੰਦੇ ਨੇ, ਬੜੇ ਪਿਆਰੇ ਲੱਗਦੇ ਨੇ, ਪੁੱਤਰ ਧੀਆਂ ਬਾਹਲੇ ਹੀ ਚੰਗੇ ਹਰ ਇੱਕ ਨੂੰ ਲੱਗਦੇ ਨੇ। ਪਰ ਜੇ ਕਹਿਣਾ ਨਾ ਮੰਨਣ, ਬੱਚੇ ਕਹਿਣਾ ਨਾ ਮੰਨਣ, ਦੁੱਖ ਵੀ ਬੜਾ ਦਿੰਦੇ ਨੇ। ਪਤਨੀ ਸੁੱਖ ਦਿੰਦੀ ਹੈ, ਪਰ ਜੇ ਬੇਵਫਾ ਹੋ ਜਾਵੇ ਦੁੱਖ ਦਿੰਦੀ ਹੈ। ਪਤੀ
ਉਹ ਨਾ ਪਤਨੀ ਦੇ ਨਾਲ ਸਿੱਧੇ ਮੂੰਹ ਬੋਲੇ, ਉਹ ਵੀ ਉਹਨੂੰ ਦੁੱਖ ਦਿੰਦਾ ਹੈ। ਦੁਨੀਆ ਦੀ ਕਿਹੜੀ ਚੀਜ਼ ਹੈ ਜਿਹੜੀ ਨਿਰਾ ਹੀ ਸੁੱਖ ਦਿੰਦੀ, ਦੁੱਖ ਨਾ ਦੇਵੇ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਾਂ, ਇੱਕ ਹੈ ਸੁਖ ਹੈ ਗਾਮੀ, ਜਿਹੜਾ ਤੁਹਾਨੂੰ ਸੁੱਖ ਹੀ ਦਿੰਦਾ ਹੈ, ਉਹ ਪਰਮੇਸ਼ਰ ਹੈ। ਹਾਂਜੀ, ਇਛ ਮਨ ਕੀ ਪੁੰਨਿਆ, ਉਸ ਪਰਮੇਸ਼ਰ ਨੂੰ ਮਿਲ ਕੇ ਮਨ ਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਹਨ। ਬਜੀ ਵਧਾਈ ਸਹਜੇ ਸਮਾਈ, ਹੁਣ ਮਨ ਦੇ ਵਿੱਚ ਵਧਾਈਆਂ ਵੱਜੀਆਂ, ਬਾਜੇ ਵੱਜੇ, ਖੁਸ਼ੀਆਂ ਹੋਈਆਂ, ਸਹਿਜੇ ਸਮਾਈ, ਪਰਮਾਤਮਾ ਵਿੱਚ ਲੀਨਤਾ ਹੋ ਗਈ ਹੈ। ਬਹੁੜ ਦੁਖ ਨਾਲ ਨੀਆ, ਮੁੜ ਕੇ ਫਿਰ ਦੁਖੀ ਹੋ ਕੇ ਜੀਵ ਰੋਂਦਾ ਨਹੀਂ। ਆਪਾਂ ਜਿਹੜੇ ਹੁਣ ਬਾਰ-ਬਾਰ ਰੋਂਦੇ ਆ ਨਾ ਜ਼ਿੰਦਗੀ ਵਿੱਚ, ਪਹਿਲਾਂ ਖੁਸ਼ ਹੁੰਦੇ ਆ ਫਿਰ ਰੋਂਦੇ ਆ। ਕੋਈ ਵੀ ਚੀਜ਼ ਲੈਂਦੇ ਆ ਖੁਸ਼ ਹੁੰਦੇ ਆ, ਜੇ ਉਹ ਪੁਰਾਣੀ ਹੋ ਜਾਵੇ, ਉਹਦਾ ਕੋਈ ਨੁਕਸਾਨ ਹੋ ਜਾਵੇ ਜਾਂ ਉਹ, ਫਿਰ ਸਾਨੂੰ ਉਹਦੀ ਚਿੰਤਾ ਵੀ ਹੁੰਦੀ ਹੈ ਵੀ ਆਹ ਗੱਡੀ ਲਈ ਸੀ ਇਹਦੇ ਖਰਾਬ ਹੋ ਗਈ, ਆਹ ਸਮਾਨ ਲਿਆ ਸੀ ਖਰਾਬ ਹੋ ਗਿਆ, ਰੋਂਦੇ ਆ ਉਹਦੇ ਬਾਅਦ 'ਚ। ਪਰ ਕਹਿੰਦੇ ਫਿਰ ਜਦ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਨਹੀਂ ਰੋਂਦੇ, ਫਿਰ ਤਾਂ ਆਨੰਦ ਹੀ ਆਨੰਦ ਹੋ ਜਾਂਦਾ ਹੈ। ਲੈ ਕੰਠ ਲਾਏ ਸੁਖ ਦਿਖਾਏ, ਵਾਹਿਗੁਰੂ ਪਰਮੇਸ਼ਰ ਨੇ ਲੈ ਕੇ ਆਪਣੇ ਪਿਆਰਿਆਂ ਨੂੰ ਗਲ ਨਾਲ ਲਾ ਲਿਆ ਤੇ ਸੁਖ ਦੇ ਦਰਸ਼ਨ ਕਰਾ ਦਿੱਤੇ। ਵਿਕਾਰ ਬਿਨਸੇ ਮੰਦਾ, ਜਿਹੜੇ ਬੜੇ ਮਾੜੇ ਵਿਕਾਰ ਸਨ ਮੰਦੇ, ਉਹ ਬਿਨਸ ਗਏ ਹਨ। ਬਿਨਵੰਤ ਨਾਨਕ ਮਿਲੇ ਸੁਆਮੀ, ਬੇਨਤੀ ਰੂਪ ਬਚਨ ਮਹਾਰਾਜ ਸਾਹਿਬ ਜੀ ਕਰਦੇ ਹਨ ਕਿ ਸਾਨੂੰ ਹੁਣ ਵਾਹਿਗੁਰੂ ਸਵਾਮੀ ਜੀ, ਪਰਮੇਸ਼ਰ ਜੀ, ਅਕਾਲ ਪੁਰਖ ਜੀ ਮਿਲ ਗਏ ਹਨ। ਪੁਰਖ ਪਰਮਾਨੰਦਾ, ਜਿਹੜੇ ਪਰਮਾਨੰਦ ਸਰੂਪ ਪੁਰਖ ਸਾਰਿਆਂ ਵਿੱਚ ਵਿਆਪਕ ਹਨ, ਉਹਨਾਂ ਦੇ ਸਰੂਪ ਦੀ ਪ੍ਰਾਪਤੀ ਹੋਈ ਹੈ। ਸੋ ਇਤਨੇ ਬਚਨ